ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 161ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਲਾ ਮਹੱਲਾ ਪੰਜਵਾਂ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ। ਸਤਿਗੁਰ ਸ਼ਬਦ ਸਮਾਇਆ ਰਹਾਓ, ਪਾਇਆ ਲਾਲ ਰਤਨ ਮਨ ਪਾਇਆ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ। ਲਾਥੀ ਭੂਖ ਤ੍ਰਿਸ ਸਭ ਲਾਥੀ, ਚਿੰਤਾ ਸਗਲ ਬਿਸਾਰੀ। ਕਰ ਮਸਤਕ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਗਾਈ ਰਹੇ ਹਿਰਦ ਅੰਤਰ, ਡੋਲਨ ਤੇ ਅਬ ਚੁਕੇ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਅਚਰਜ ਏਕ ਸਨੋਰੇ ਪਾਈ, ਗੁਰ ਐਸੀ ਬੂਝ ਬੁਝਾਈ। ਲਾ ਪਰਦਾ ਠਾਕਰ ਜੋ ਭੇਟਿਆ, ਤਿਉ ਬਿਸਰੀ ਤਾਤ ਪਰਾਈ। ਕਹਿਓ ਨ ਜਾਈਏ ਅਚੰਭਿਓ, ਸੋ ਜਾਣੇ ਜਿਨ ਚਾਖਿਆ। ਕਹੋ ਨਾਨਕ ਸੱਚ ਭੈ ਬਿਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ। ਕਹਿਓ ਨ ਜਾਈਏ ਅਚੰਭਿਓ, ਸੋ ਜਾਣੇ ਜਿਨ ਚਾਖਿਆ। ਕਹੋ ਨਾਨਕ ਸੱਚ ਭੈ ਬਿਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ, ਇਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਦੋਂ ਮੇਰੇ ਤਨ ਮਨ ਹਿਰਦੇ ਅੰਦਰ ਵਸ ਗਿਆ ਜੀ, ਤਾਂ ਮੇਰੀਆਂ ਸਾਰੀਆਂ ਚਿੰਤਾਵਾਂ, ਤ੍ਰਿਸ਼ਨਾਵਾਂ, ਮਾਇਆਵੀ ਵਿਕਾਰ, ਸਗਲ ਵਿਸਾਰੀ ਭਾਵ ਸਾਰਾ ਲੱਥ ਗਏ ਜੀ, ਕਾਬੂ 'ਚ ਆ ਗਏ ਜੀ। ਅਤੇ ਇਹ ਅਖੁੱਟ ਖਜ਼ਾਨਾ ਮੇਰੇ ਉੱਤੇ ਮੇਰੇ ਪਰਮੇਸ਼ਰ ਸਤਿਗੁਰ ਨੇ ਮੇਰੇ 'ਤੇ ਮਿਹਰ ਕਰਕੇ ਮੈਨੂੰ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਇੱਕ ਇੰਨਾ ਅਚਰਜ ਅਤੇ ਸੁੰਦਰ ਖਜ਼ਾਨਾ ਹੈ ਜੀ। ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰਾ ਤ੍ਰਿਸ਼ਨਾਵਾਂ ਦਾ ਪਰਦਾ ਲੱਥਾ ਜੀ, ਤਾਂ ਮੈਂ ਆਪਣੇ ਪਰਮੇਸ਼ਰ ਠਾਕਰ ਨੂੰ ਸਾਹਮਣੇ ਪਾਇਆ ਜੀ। ਅਤੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਅਤੇ ਕਿਸੇ ਇੱਕ ਦੂਸਰੇ ਨਾਲ ਬੈਰ ਬਗਾਨੇ ਦਾ ਭਾਵ ਖਤਮ ਹੋ ਗਿਆ ਜੀ। ਅਤੇ ਮੇਰੀਆਂ ਸਾਰੀਆਂ ਚਿੰਤਾਵਾਂ, ਦੁੱਖ ਦੂਰ ਹੋ ਗਏ ਹਾਂਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਲਾਲ ਰਤਨ ਆਪਣੇ ਮਨ ਵਿੱਚ ਹੀ ਗੁਰੂ ਰੂਪ ਗੁਰਬਾਣੀ ਤੋਂ ਮੈਂ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਹੁਣ ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਲਾਲ ਰਤਨ ਆਪਣੇ ਹਿਰਦੇ ਵਿੱਚ ਤਨ ਮਨ ਭਾਵ ਆਪਣੇ ਹਿਰਦੇ ਵਿੱਚ ਮਨ ਵਿੱਚ ਵਸਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਮੈਂ ਗੁਰਬਾਣੀ ਰੂਪ ਸਤਿਗੁਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੀਨ ਹੋ ਗਿਆ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਤਦ ਮੇਰਾ ਤਨ ਅਤੇ ਮਨ ਵੀ ਸੀਤਲ ਥੀਆ। ਸੀਤਲ ਭਾਵ ਠੰਡਾ ਠਾਰ, ਇੱਥੇ ਭਾਵ ਸਹਿਜ ਵਿੱਚ ਆ ਗਿਆ, ਸ਼ਾਂਤ ਹੋ ਗਿਆ। ਉਹਨਾਂ ਨੂੰ ਤ੍ਰਿਪ ਨਹੀਂ ਲੱਗੀ ਸੀ ਹੋਰਨਾਂ ਚੀਜ਼ਾਂ ਦੀ, ਤ੍ਰਿਸ਼ਨਾਵਾਂ ਦੀ ਜੀ। ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਦੇ ਨਾਲ ਉਸ ਦਾ ਮਨ ਲੱਗ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤਨ ਮਨ ਵਿੱਚ ਵਸਣ ਦੇ ਨਾਲ ਮੇਰੀਆਂ ਹਰ ਪ੍ਰਕਾਰ ਦੀਆਂ ਭੁੱਖਾਂ, ਤ੍ਰਿਸ਼ਨਾਵਾਂ, ਵਿਕਾਰ ਦੂਰ ਹੋ ਗਏ ਹਨ ਜੀ, ਭਾਵ ਕਾਬੂ ਵਿੱਚ ਆ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਆਪਣੇ ਮਨ ਤੋਂ ਮੈਂ ਸਾਰੀਆਂ ਚਿੰਤਾਵਾਂ ਲਾਹ ਦਿੱਤੀਆਂ ਹਨ ਜੀ, ਭਾਵ ਸਾਰੀਆਂ ਤ੍ਰਿਸ਼ਨਾਵਾਂ
ਆਪਣੇ ਮਨ ਤੋਂ ਦੂਰ ਕਰ ਦਿੱਤੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਜਦੋਂ ਪੂਰੇ ਗੁਰੂ ਨੇ ਆਪਣੀ ਮਿਹਰ ਤੇ ਬਖਸ਼ਿਸ਼ ਭਰਿਆ ਹੱਥ ਮੇਰੇ ਮਸਤਕ ਭਾਵ ਮੇਰੇ ਉੱਤੇ ਰੱਖਿਆ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਮੈਂ ਆਪਣੇ ਮਨ ਅਤੇ ਜਗਤ ਰੂਪ ਬਾਜੀ ਰਚਨਹਾਰ ਨੂੰ, ਸਿਰਜਣਹਾਰ ਏਕ ਓਂਕਾਰ ਪਰਮੇਸ਼ਰ ਨੂੰ ਜਿੱਤ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਦੁਆਰਾ ਹੀ ਇਹ ਸੰਭਵ ਹੋਇਆ ਜੀ ਕਿ ਮੈਂ ਉਸ ਪਰਮੇਸ਼ਰ ਦੀ ਮੈਨੂੰ ਸੋਝੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾਡਾ ਹਿਰਦੇ ਵਿੱਚ ਪੂਰੀ ਤਰ੍ਹਾਂ ਅਸੀਂ ਤ੍ਰਿਪਤ ਹੋ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਅਸੀਂ ਹੁਣ ਕਿਸੇ ਗੱਲੋਂ ਕਿਸੇ ਵੀ ਚੀਜ਼ ਵੱਲੋਂ ਡੋਲਦੇ ਨਹੀਂ ਜੀ। ਭਾਵ ਹੁਣ ਸਾਨੂੰ ਕਿ ਕੋਈ ਵੀ ਚੀਜ਼ ਦਾ ਦੁੱਖ ਨਹੀਂ ਲੱਗਦਾ ਜੀ, ਫਿਕਰ ਨਹੀਂ ਹੈ ਜੀ, ਕਿਉਂਕਿ ਇਸ ਗੱਲ ਦੀ ਸਮਝ ਹੋ ਗਈ ਹੈ ਜੀ ਕਿ ਜੋ ਵੀ ਕੁਝ ਹੋ ਰਿਹਾ ਹੈ ਜੀ ਉਹ ਪਰਮੇਸ਼ਰ ਦਾ ਹੁਕਮ ਹੈ ਜੀ। ਰਚਨਹਾਰ ਸਿਰਜਣਹਾਰ ਏਕ ਓਂਕਾਰ ਕਰਤਾ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਪਰਮੇਸ਼ਰ ਸਤਿਗੁਰ ਨੇ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਅਖੁੱਟ ਖਜ਼ਾਨਾ ਬਖਸ਼ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਜਿਸ ਖਜ਼ਾਨੇ ਵਿੱਚ ਕੋਈ ਘਾਟਾ ਕਦੀ ਤੋਟ ਨਹੀਂ ਆਉਂਦੀ, ਭਾਵ ਕਦੀ ਘਾਟਾ ਨਹੀਂ ਪੈਂਦਾ ਜੀ, ਅਤੇ ਨਾ ਹੀ ਇਹ ਕਦੀ ਮੁੱਕਦਾ ਹੈ ਜੀ। ਭਾਵ ਜਦੋਂ ਮਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲੱਗਦਾ ਹੈ ਜੀ, ਇਹ ਅਖੁੱਟ ਖਜ਼ਾਨਾ ਹੈ ਜੀ, ਸੁੰਦਰ ਖਜ਼ਾਨਾ, ਰਤਨਾਂ ਤੋਂ ਵੀ ਉੱਪਰ ਸੁੰਦਰ ਖਜ਼ਾਨਾ ਹੈ ਜੀ। ਅਤੇ ਇਸ ਖਜ਼ਾਨੇ ਵਿੱਚ ਫਿਰ ਨਾ ਕਦੀ ਘਾਟਾ ਆਉਂਦਾ ਹੈ ਪੈਂਦਾ ਹੈ ਜੀ, ਅਤੇ ਨਾ ਹੀ ਕਦੀ ਮੁੱਕਦਾ ਹੈ ਜੀ, ਜਿੰਨਾ ਮਰਜ਼ੀ ਲੁੱਟੀ ਜਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਮੇਰੀ ਅਚਰਜ ਬੇਨਤੀ ਅਰਦਾਸ ਸੁਣ ਕੇ ਪਰਮੇਸ਼ਰ ਗੁਰੂ ਨੇ ਮੈਨੂੰ ਇਹ ਸੋਝੀ ਬਖਸ਼ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨਾਲ ਮੇਰਾ ਪਰਦਾ ਭਾਵ ਮੇਰੇ ਅੰਦਰ ਤ੍ਰਿਸ਼ਨਾਵਾਂ ਮਾਇਆਵੀ ਵਿਕਾਰਾਂ ਦਾ ਜੋ ਪਰਦਾ ਸੀ, ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਕਾਬੂ 'ਚ ਕਰ ਲਿਆ ਹੈ ਜੀ। ਭਾਵ ਪਰਦਾ ਲਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਦੋਂ ਮੈਂ ਇੱਕ ਦੂਸਰੇ ਨਾਲ ਆਪਣੀ ਈਰਖਾ ਵੈਰ ਵੀ ਕਰਨੀ ਭੁੱਲ ਗਿਆ ਹਾਂ ਜੀ। ਫਿਰ ਭਾਵ ਫਿਰ ਨਾ ਕੋ ਵੈਰੀ ਨਾ ਕੋ ਬੇਗਾਨਾ, ਫਿਰ ਕੋਈ ਨਾ ਵੈਰੀ ਲੱਗਦਾ ਹੈ ਨਾ ਕੋਈ ਬੇਗਾਨਾ ਲੱਗਦਾ ਹੈ, ਸਾਰੇ ਆਪਣੇ ਹੀ ਲੱਗਦੇ ਹਨ ਜੀ, ਕਿਉਂਕਿ ਹਰ ਇੱਕ ਦੇ ਵਿੱਚ ਉਹ ਪਰਮੇਸ਼ਰ ਹੀ ਬਿਰਾਜਮਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਇਹ ਅਚੰਭਿਓ ਭਾਵ ਅਸਰਜ ਕੌਤਕ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਅਚੰਭਵ ਨੂੰ ਉਹੀ ਜਾਣ ਸਕਦਾ ਹੈ ਜੀ, ਅਚਰਜ ਕੌਤਕ ਨੂੰ ਉਹੀ ਬਿਆਨ ਕਰ ਸਕਦਾ ਹੈ ਜੀ, ਜਾਣ ਸਕਦਾ ਹੈ ਜੀ, ਜਿਸ ਨੇ ਆਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਰਸ ਚੱਖਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜਦੋਂ ਸਾਡੇ ਉੱਤੇ ਗੁਰੂ ਨੇ ਆਪਣੀ ਮਿਹਰ ਬਖਸ਼ਿਸ਼ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪੀ ਖਜ਼ਾਨਾ ਮੇਰੇ ਹਿਰਦੇ ਵਿੱਚ ਰੱਖ ਦਿੱਤਾ ਜੀ, ਭਾਵ ਬਖਸ਼ ਦਿੱਤਾ ਜੀ, ਤਾਂ ਮੇਰੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਸ ਗਿਆ ਸੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੇਰੇ ਅੰਦਰ ਗੁਰਬਾਣੀ ਦੇ ਰਸ ਦਾ
ਵਿਕਾਸ ਹੀ ਵਿਕਾਸ ਹੋ ਗਿਆ ਜੀ। ਮਾਨੋ ਇਸ ਤਰ੍ਹਾਂ ਲੱਗਾ ਜੀ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦਾ ਹੀ ਇੱਕ ਰੂਪ ਹੋ ਗਏ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਇਹ ਸਮਝ ਆ ਗਈ ਜੀ ਕਿ ਅਸੀਂ ਉਸ ਪਰਮੇਸ਼ਰ ਦਾ ਹੀ ਇੱਕ ਅੰਸ਼ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਫਿਰ ਉਸ ਸੱਚ ਕਰਤਾ ਪੁਰਖ ਰਚਨਹਾਰ ਦੇ ਨਾਲ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੁੜ ਗਏ ਜੀ ਅਤੇ ਆਪਣੇ ਹਰ ਮੂਲ ਨੂੰ ਪਹਿਚਾਣ ਲਿਆ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਦੇ ਤਨ ਅਤੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਲਾਲ ਰਤਨ ਵਸ ਜਾਂਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਪੂਰੀ ਤਰ੍ਹਾਂ ਆਪਣੇ ਮਾਇਆਵੀ ਵਿਕਾਰਾਂ ਨੂੰ ਕਾਬੂ ਕਰਕੇ ਹਰ ਪਾਸਿਓਂ ਤ੍ਰਿਪਤ ਹੋ ਜਾਂਦੇ ਹਨ ਜੀ। ਭਾਵ ਉਹਨਾਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਬੁੱਝ ਜਾਂਦੀਆਂ ਹਨ ਜੀ, ਉਹ ਉਹਨਾਂ 'ਤੇ ਕਾਬੂ ਪਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਘਾਲ ਕਮਾਈ ਨਾਲ ਜਦ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਗੁਰਮੁਖਾਂ ਦੀ ਆਤਮਕ ਸੁੱਖ ਦੀ ਦਿਸ਼ਾ ਅਚੰਭੇ ਵਾਲੀ ਅਸਰਜ ਬਣ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖਾਂ ਨੂੰ ਫਿਰ ਪਰਾਈ ਈਰਖਾ ਤ੍ਰਿਸ਼ਨਾਵਾਂ ਵਿਸਰ ਜਾਂਦੀਆਂ ਹਨ ਜੀ। ਭਾਵ ਉਹ ਕਿਸੇ ਨੂੰ ਵੇਖ ਕੇ ਨਹੀਂ ਸੋਚਦੇ ਕਿ ਇਹਦੇ ਕੋਲ ਉਹ ਚੀਜ਼ਾਂ ਹਨ ਜੀ ਤੇ ਬੜਾ ਵੱਡਾ ਹੈ ਜੀ ਤੇ ਮੇਰੇ ਕੋਲ ਨਹੀਂ ਹਨ ਜੀ, ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਸਭ ਕੁਝ ਮਿਟ ਜਾਂਦਾ ਹੈ ਜੀ, ਕਾਬੂ ਵਿੱਚ ਆ ਜਾਂਦਾ ਹੈ ਜੀ ਤੇ ਉਸ ਸੱਚ ਦੀ ਸਮਝ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਫਿਰ ਉਹਨਾਂ ਗੁਰਮੁਖਾਂ ਨੂੰ ਨਾ ਕੋਈ ਵੈਰੀ ਲੱਗਦਾ ਹੈ ਜੀ ਤੇ ਨਾ ਕੋਈ ਬੇਗਾਨਾ ਲੱਗਦਾ ਹੈ ਜੀ। ਕਿਉਂਕਿ ਪਰਮੇਸ਼ਰ ਹਰ ਇੱਕ ਦੇ ਅੰਦਰ ਹੈ ਜੀ, ਫਿਰ ਵੈਰੀ ਤੇ ਬੇਗਾਨਾ ਕਿਸ ਤਰ੍ਹਾਂ ਹੋਇਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਉਹ ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ ਸਗਲ ਸੰਗ ਹਮ ਕਿਉ ਬਨਿਆਈ ਦਾ ਰੂਪ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਅਨੁਭਵੀ ਆਨੰਦ ਦਾ ਕੇਵਲ ਅਤੇ ਕੇਵਲ ਉਹੀ ਗੁਰਮੁਖ ਮਾਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੇ ਅੰਦਰੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤ੍ਰਿਸ਼ਨਾਵਾਂ, ਮਾਇਆਵੀ ਵਿਕਾਰ, ਵੈਰ ਬੇਗਾਨਾ, ਈਰਖਾ ਮੁੱਕ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਜੋ ਗੁਰਮੁਖ ਫਿਰ ਨਿਰੋਲ ਸੱਚ ਦਾ ਰੂਪ ਬਣ ਜਾਂਦੇ ਹਨ ਜੀ ਅਤੇ ਪਰਮੇਸ਼ਰ ਠਾਕਰ ਵੀ ਫਿਰ ਉਹਨਾਂ 'ਤੇ ਆਪਣੀ ਮਿਹਰ ਬਖਸ਼ਿਸ਼ ਕਿਰਪਾ ਕਰਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਕਹਿਓ ਨਾ ਜਾਈ ਇਹ ਅਚੰਭਿਓ ਸੋ ਜਾਣੇ ਜਿਨ ਚਾਖਿਆ, ਕਹਿਓ ਨਾ ਜਾਈ ਇਹ ਅਚੰਭਿਓ ਸੋ ਜਾਣੇ ਜਿਨ ਚਾਖਿਆ, ਕਹੋ ਨਾਨਕ ਸੱਚ ਪੈ ਬਿਗਾਸਾ ਗੁਰ ਨਿਧਾਨ ਲੈ ਰਾਖਿਆ। ਕਹੋ ਨਾਨਕ ਸੱਚ ਪੈ ਬਿਗਾਸਾ ਗੁਰ ਨਿਧਾਨ ਲੈ ਰਾਖਿਆ। ਅੱਜ ਦਾ ਵਿਚਾਰ ਕਰਦੇ ਹਾਂ। ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।